ਹੈਲੋ ਸਟੂਡੈਂਟਸ, ਡਾਟਾ ਸਟਰਕਚਰ ਦੇ ਅੱਜ ਦੇ ਨੈਕਸਟ ਲੈਕਚਰ 'ਚ ਆਪਾਂ ਦੇਖਾਂਗੇ ਬਬਲ ਸੌਰਟ। ਬਬਲ ਸੌਰਟ ਵੀ ਇੱਕ ਸੌਰਟਿੰਗ ਦੀ ਟੈਕਨੀਕ ਹੈ। ਸੋ ਸੌਰਟਿੰਗ ਲਈ ਆਪਾਂ ਅਲੱਗ-ਅਲੱਗ ਟੈਕਨੀਕਸ ਯੂਜ਼ ਕਰਦੇ ਹਾਂ, ਲਾਈਕ ਬਬਲ ਸੌਰਟ, ਕੁਇਕ ਸੌਰਟ, ਇੰਸਰਸ਼ਨ ਸੌਰਟ, ਸਿਲੈਕਸ਼ਨ ਸੌਰਟ, ਜਿਹੜੀਆਂ ਕਿ ਆਪਾਂ 1 ਬਾਈ 1 ਦੇਖਾਂਗੇ। ਸੋ ਅੱਜ ਦੇ ਇਸ ਲੈਕਚਰ 'ਚ ਆਪਾਂ ਦੇਖਾਂਗੇ ਬਬਲ ਸੌਰਟ। ਸੋ ਸੌਰਟਿੰਗ ਕੀ ਹੈ? ਸੌਰਟਿੰਗ ਟੇਕਸ ਐਨ ਅਨਆਰਡਰਡ ਕਲੈਕਸ਼ਨ ਐਂਡ ਮੇਕਸ ਇਟ ਐਨ ਆਰਡਰਡ ਵਨ। ਮੀਨਸ ਇਹਦੇ ਵਿੱਚ ਕੀ ਹੈ ਕਿ ਐਰੇ ਦੇ ਵਿੱਚ ਜੋ ਵੀ ਐਲੀਮੈਂਟਸ ਹੋਣਗੇ ਆਪਾਂ ਉਹਨਾਂ ਨੂੰ ਇੱਕ ਪਰਟੀਕੂਲਰ ਆਰਡਰ ਦੇ ਵਿੱਚ ਅਰੇਂਜ ਕਰਨਾ ਹੈ, ਚਾਹੇ ਉਹ ਅਸੈਂਡਿੰਗ ਆਰਡਰ ਹੋ ਸਕਦਾ ਜਾਂ ਡਿਸੈਂਡਿੰਗ ਆਰਡਰ। ਸੋ ਜਿੱਦਾਂ ਆਪਾਂ ਨੂੰ ਐਗਜ਼ਾਮਪਲ 'ਚ ਦਿਖ ਰਿਹਾ ਹੈ ਕਿ ਉੱਪਰਲੇ ਐਰੇ ਦੇ ਵਿੱਚ ਜੋ ਐਲੀਮੈਂਟਸ ਨੇ ਉਹ ਅਨਆਰਡਰਡ ਨੇ, ਮਤਲਬ ਉਹਨਾਂ ਦਾ ਕੋਈ ਵੀ ਆਰਡਰ ਨਹੀਂ ਹੈ। ਸੋ ਉਹਨੂੰ ਆਪਾਂ ਕਨਵਰਟ ਕਰਾਂਗੇ ਸੌਰਟਿੰਗ ਆਰਡਰ ਦੇ ਵਿੱਚ ਕਿ ਅਸੈਂਡਿੰਗ ਔਰ ਡਿਸੈਂਡਿੰਗ ਕੋਈ ਵੀ ਆਰਡਰ ਹੋ ਸਕਦਾ ਉਹਦਾ। ਸੋ ਬਬਲ ਸੌਰਟ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ 1 ਬਾਈ 1 ਐਲੀਮੈਂਟਸ ਨੂੰ ਕੰਪੇਅਰ ਕਰਾਂਗੇ ਅਤੇ ਅਗਰ ਉਹ ਆਰਡਰ ਦੇ ਵਿੱਚ ਨਹੀਂ ਹੈ ਤਾਂ ਉਹਨਾਂ ਨੂੰ ਸਵੈਪਿੰਗ ਕਰਾਂਗੇ। ਸੋ ਮੇਨਲੀ ਇਹਦੇ ਵਿੱਚ ਕੀ ਹੈ ਕਿ ਕੰਪੈਰੀਜ਼ਨ ਹੋਏਗਾ ਅਤੇ ਸਵੈਪਿੰਗ ਹੋਣਗੀਆਂ। ਸੋ ਸਵੈਪਿੰਗ ਉੱਥੇ ਹੀ ਕਰਾਂਗੇ ਆਪਾਂ ਜਿੱਥੇ ਲੋੜ ਹੈ, ਅਦਰਵਾਈਜ਼ ਸਵੈਪਿੰਗ ਨਹੀਂ ਹੋਏਗੀ। ਸੋ ਇਹਦੇ ਲਈ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਪਹਿਲਾਂ ਕਿ ਕਿਵੇਂ ਉਹ ਵਰਕ ਕਰੇਗਾ। ਸਪੋਜ਼ ਆਪਾਂ ਸਭ ਤੋਂ ਪਹਿਲਾਂ ਫਸਟ ਦੋ ਐਲੀਮੈਂਟਸ ਨੂੰ ਕੰਪੇਅਰ ਕਰਾਂਗੇ। ਸੋ ਦੇਖੋ 77 ਐਂਡ 42 ਫਸਟ ਪੋਜੀਸ਼ਨ 'ਤੇ ਆਉਣਾ ਚਾਹੀਦਾ ਹੈ ਅਤੇ 77 ਵੱਡਾ ਹੈ, ਤਾਂ ਇਸ ਕਰਕੇ ਆਪਾਂ ਇਹਨਾਂ ਨੂੰ ਸਵੈਪਿੰਗ ਕਰਾਂਗੇ। ਸੋ ਸਵੈਪ ਕਰਤਾ, ਦੈਨ ਕੰਪੇਅਰ ਕਰਾਂਗੇ 77 ਐਂਡ 35 ਨੂੰ, ਯਾਨੀ ਕਿ ਨੈਕਸਟ ਟੂ ਐਲੀਮੈਂਟਸ ਕੰਪੇਅਰ ਕਰਾਂਗੇ। ਇਹ ਵੀ ਆਊਟ ਆਫ ਆਰਡਰ ਨੇ, ਸੋ ਇਸ ਕਰਕੇ ਇਹਨਾਂ ਨੂੰ ਸਵੈਪ ਕਰਾਂਗੇ। ਨੈਕਸਟ ਹੁਣ 77 ਐਂਡ 12, ਯਾਨੀ ਕਿ ਨੈਕਸਟ ਟੂ ਐਲੀਮੈਂਟਸ ਨੂੰ ਕੰਪੇਅਰ ਕਰਾਂਗੇ। ਇਹ ਵੀ ਆਊਟ ਆਫ ਆਰਡਰ ਨੇ, ਸੋ ਇਹਨੂੰ ਵੀ ਸਵੈਪ ਕਰਾਂਗੇ। ਨੈਕਸਟ 77 ਐਂਡ 101, ਸੋ ਇਹ ਮਤਲਬ 77 101 ਤੋਂ ਲੈਸ ਦੈਨ ਹੈ, ਸੋ ਇਸ ਕਰਕੇ ਇੱਥੇ ਆਪਾਂ ਨੂੰ ਸਵੈਪਿੰਗ ਦੀ ਜ਼ਰੂਰਤ ਨਹੀਂ ਹੈ। ਸੋ ਨੈਕਸਟ ਹੁਣ 101 ਐਂਡ 5 ਨੂੰ ਕੰਪੇਅਰ ਕਰਾਂਗੇ। ਇੱਥੇ ਵੀ ਸਵੈਪਿੰਗ ਹੋਏਗੀ ਕਿਉਂਕਿ 101 ਹੈ ਜਿਹੜਾ 5 ਤੋਂ ਗ੍ਰੇਟਰ ਦੈਨ ਹੈ। ਸੋ ਜਦੋਂ ਆਪਾਂ ਇਹਨੂੰ ਸਵੈਪ ਕਰਤਾ ਤਾਂ ਇਸ ਪ੍ਰੋਸੈਸ ਦੇ ਵਿੱਚ ਕੀ ਹੈ ਕਿ ਇੱਕ ਐਲੀਮੈਂਟ ਜਿਹੜਾ ਲਾਰਜੈਸਟ ਐਲੀਮੈਂਟ ਸੀ ਉਹ ਆਪਣੀ ਐਕਚੁਅਲ ਪਲੇਸ 'ਤੇ ਆ ਗਿਆ, ਯਾਨੀ ਕਿ 101 ਜਿਹੜਾ ਕਿ ਲਾਰਜੈਸਟ ਐਲੀਮੈਂਟ ਸੀ ਉਹ ਆਪਣੀ ਐਕਚੁਅਲ ਪੋਜੀਸ਼ਨ 'ਤੇ ਆ ਗਿਆ ਹੈ, ਯਾਨੀ ਕਿ ਇੱਕ ਐਲੀਮੈਂਟ ਆਪਾਂ ਕਹਿ ਸਕਦੇ ਹਾਂ ਇੱਥੇ ਸੌਰਟ ਹੋ ਗਿਆ। ਸੋ ਇਸ ਪ੍ਰੋਸੈਸ ਨੂੰ ਆਪਾਂ ਕੀ ਕਵਾਂਗੇ? ਇੱਕ ਪਾਸ, ਕਿ ਇੱਕ ਸਿੰਗਲ ਪਾਸ ਦੇ ਵਿੱਚ ਆਪਾਂ ਨੂੰ ਇੱਕ ਐਲੀਮੈਂਟ ਸੌਰਟ ਹੋ ਕੇ ਲਾਸਟ ਦੇ ਉੱਤੇ ਆ ਜਾਂਦਾ ਹੈ। ਇਸ ਤੋਂ ਬਾਅਦ ਸੇਮ ਪ੍ਰੋਸੈਸ ਆਪਾਂ ਫੋਲੋ ਕਰਾਂਗੇ ਨੈਕਸਟ 5 ਐਲੀਮੈਂਟਸ 'ਤੇ, ਫਿਰ ਉਸ ਤੋਂ ਬਾਅਦ ਸੇਮ ਪ੍ਰੋਸੈਸ ਫੋਲੋ ਕਰਾਂਗੇ ਨੈਕਸਟ 4 ਐਲੀਮੈਂਟਸ 'ਤੇ। ਇਸ ਤਰ੍ਹਾਂ 1 ਬਾਈ 1 ਆਪਾਂ ਇਹਦੇ ਵਿੱਚ ਪਾਸ ਫੋਲੋ ਕਰਾਂਗੇ। ਸੋ ਇੱਥੇ ਆਪਣੇ ਕੋਲ ਹਜੇ ਸਿਰਫ ਇੱਕੋ ਹੀ ਐਲੀਮੈਂਟ ਆਪਣੀ ਪੋਜੀਸ਼ਨ 'ਤੇ ਆਇਆ ਹੈ, ਬਾਕੀ ਜਿਹੜੇ ਐਲੀਮੈਂਟਸ ਨੇ 5 ਐਲੀਮੈਂਟਸ ਉਹ ਆਊਟ ਆਫ ਆਰਡਰ ਨੇ। ਸੋ ਉਹਨੂੰ ਕਰੈਕਟ ਕਰਨ ਲਈ ਆਪਾਂ ਕੀ ਦੇਖਣਾ ਹੈ ਕਿ ਆਪਾਂ ਸੇਮ ਪ੍ਰੋਸੈਸ ਨੂੰ ਫੋਲੋ ਕਰਾਂਗੇ 1 ਬਾਈ 1। ਸੋ ਕਿੰਨੀ ਵਾਰੀ ਆਪਾਂ ਇਹਨੂੰ ਫੋਲੋ ਕਰਾਂਗੇ ਕਿ ਅਗਰ ਆਪਣੇ ਕੋਲ 6 ਐਲੀਮੈਂਟਸ ਨੇ, ਜਿੱਦਾਂ ਇਸ ਪਰਟੀਕੂਲਰ ਐਗਜ਼ਾਮਪਲ 'ਚ ਆਪਣੇ ਕੋਲ 6 ਐਲੀਮੈਂਟਸ ਨੇ, ਤਾਂ ਆਪਾਂ ਇਹ ਪ੍ਰੋਸੈਸ ਨੂੰ 5 ਟਾਈਮਸ ਫੋਲੋ ਕਰਾਂਗੇ, ਯਾਨੀ ਕਿ ਇਹਦੇ ਵਿੱਚ 5 ਟਾਈਮਸ, ਯਾਨੀ ਕਿ 5 ਪਾਸ ਹੋਣਗੇ ਇਹਦੇ ਵਿੱਚ। ਅਤੇ ਹਰ ਇੱਕ ਪਾਸ ਦੇ ਵਿੱਚ ਆਪਾਂ ਸੇਮ ਜਿਹੜਾ ਮੈਥਡ ਹੈ ਫੋਲੋ ਕਰਾਂਗੇ ਕਿ 1 ਬਾਈ 1 ਆਪਾਂ ਐਲੀਮੈਂਟਸ ਨੂੰ ਕੰਪੇਅਰ ਕਰਾਂਗੇ। ਅਗਰ ਉਹ ਆਰਡਰ ਦੇ ਵਿੱਚ ਨੇ ਤਾਂ ਠੀਕ ਹੈ, ਅਦਰਵਾਈਜ਼ ਉਹਨਾਂ ਨੂੰ ਸਵੈਪਿੰਗ ਕਰਾਂਗੇ। ਸੋ ਦੇਖੋ ਫਸਟ ਪਾਸ ਦੇ ਵਿੱਚ ਆਪਣੇ ਕੋਲ ਜਿਹੜਾ 101 ਸੀ ਉਹ ਲਾਸਟ ਦੇ ਉੱਤੇ ਆ ਗਿਆ ਸੀ। ਇਸ ਤੋਂ ਬਾਅਦ ਸੇਮ ਜਿਹੜਾ ਪ੍ਰੋਸੈਸ ਹੈ ਆਪਾਂ ਫੋਲੋ ਕਰਾਂਗੇ, ਯਾਨੀ ਕਿ ਪਹਿਲਾਂ ਪਹਿਲੇ ਦੋ ਐਲੀਮੈਂਟਸ ਨੂੰ ਕੰਪੇਅਰ ਕਰਾਂਗੇ 42 ਐਂਡ 35, ਉਹ ਫਿਰ ਸਵੈਪਿੰਗ ਹੋਏਗੀ ਉਹਨਾਂ ਦੀ। ਫਿਰ ਉਸ ਤੋਂ ਬਾਅਦ 42 ਨੈਕਸਟ 'ਤੇ ਆ ਜਾਏਗਾ, ਉਹਨੂੰ 12 ਨਾਲ ਕੰਪੇਅਰ ਕਰਾਂਗੇ, ਅਗੇਨ ਸਵੈਪਿੰਗ ਹੋਏਗੀ। ਇਸ ਤਰੀਕੇ ਨਾਲ 1 ਬਾਈ 1 ਆਪਾਂ ਕੰਪੇਅਰ ਕਰਾਂਗੇ। ਕਿੱਥੇ ਤੱਕ ਕੰਪੇਅਰ ਕਰਾਂਗੇ? 5th ਐਲੀਮੈਂਟ ਤੱਕ। ਇੱਥੇ ਆਪਾਂ ਇਹ ਚੀਜ਼ ਧਿਆਨ ਰੱਖਾਂਗੇ ਕਿ 6th ਐਲੀਮੈਂਟ ਨੂੰ ਕੰਪੇਅਰ ਨਹੀਂ ਕਰਾਂਗੇ। ਸੋ ਸੈਕਿੰਡ ਪਾਸ ਦੇ ਵਿੱਚ ਆਪਣੇ ਕੋਲ 77 ਵੀ ਲਾਰਜੈਸਟ, ਜਿਹੜੀ ਨੈਕਸਟ ਲਾਰਜੈਸਟ ਵੈਲਿਊ ਸੀ ਉਹ ਆਪਣੀ ਪੋਜੀਸ਼ਨ 'ਤੇ ਆ ਗਈ ਹੈ। ਉਸ ਤੋਂ ਬਾਅਦ ਥਰਡ ਪਾਸ ਦੇ ਵਿੱਚ 42 ਵੈਲਿਊ ਆ ਗਈ, ਦੈਨ ਫੋਰਥ ਪਾਸ ਦੇ ਵਿੱਚ 35 ਐਂਡ ਦੈਨ 5th ਪਾਸ ਦੇ ਵਿੱਚ 12। ਅਤੇ ਅਲਟੀਮੇਟਲੀ ਜਿਹੜਾ 5 ਜਿਹੜਾ ਸਮੋਲੈਸਟ ਐਲੀਮੈਂਟ ਹੈ ਉਹ ਫਸਟ ਪੋਜੀਸ਼ਨ ਦੇ ਉੱਤੇ ਆ ਗਿਆ ਹੈ। ਅਤੇ ਇਸ ਤਰੀਕੇ ਨਾਲ ਅਗਰ ਆਪਣੇ ਕੋਲ 6 ਐਲੀਮੈਂਟਸ ਨੇ ਤਾਂ ਕਿੰਨੇ ਪਾਸ ਹੋਏ? 6 ਮਾਈਨਸ 1 ਦੈਟ ਇਜ਼ 5। ਸੋ 5 ਪਾਸ ਆਪਾਂ ਫੋਲੋ ਕਰਾਂਗੇ ਇਸ 'ਚ। ਸੋ ਇਹਦੇ 'ਚ ਕੰਪੈਰੀਜ਼ਨ ਕਿਵੇਂ ਕਰਨੇ ਆ? 1 ਬਾਈ 1 ਆਪਾਂ ਕੰਪੈਰੀਜ਼ਨ ਦੇਖੋ, ਜਦੋਂ ਆਪਣੇ ਕੋਲ ਸਟਾਰਟਿੰਗ ਦੇ ਵਿੱਚ ਫਸਟ ਪਾਸ ਦੇ ਵਿੱਚ ਅਗਰ 6 ਐਲੀਮੈਂਟਸ ਨੇ ਤਾਂ ਆਪਾਂ 5 ਕੰਪੈਰੀਜ਼ਨ ਕਰਦੇ ਹਾਂ। ਸੈਕਿੰਡ ਪਾਸ ਦੇ ਵਿੱਚ ਫਿਰ 4 ਕੰਪੈਰੀਜ਼ਨ ਹੋਣਗੇ, ਦੈਨ ਉਸ ਤੋਂ ਬਾਅਦ ਥਰਡ ਪਾਸ ਦੇ ਵਿੱਚ 3 ਕੰਪੈਰੀਜ਼ਨ ਹੋਣਗੇ। ਇਸ ਤਰ੍ਹਾਂ 1 ਬਾਈ 1 ਜਿਹੜੇ ਕੰਪੈਰੀਜ਼ਨ ਨੇ ਘਟਦੇ ਜਾਣਗੇ। ਕਿਉਂਕਿ ਜਿਹੜਾ ਲਾਰਜੈਸਟ ਐਲੀਮੈਂਟ ਹੈ ਉਹ ਆਪਾਂ ਨੂੰ ਪਤਾ ਸਹੀ ਪੋਜੀਸ਼ਨ 'ਤੇ ਚਲਾ ਜਾਂਦਾ ਹੈ, ਉਹਨੂੰ ਆਪਾਂ ਦੁਬਾਰਾ ਕੰਪੇਅਰ ਨਹੀਂ ਕਰਾਂਗੇ। ਸੋ ਦੇਖੋ ਇੱਥੇ ਪਹਿਲਾਂ ਫਸਟ ਪਾਸ ਸੀ, ਉਹਦੇ ਵਿੱਚ 5 ਕੰਪੈਰੀਜ਼ਨ ਹੋਏ, ਦੈਨ ਸੈਕਿੰਡ ਪਾਸ ਦੇ ਵਿੱਚ 4 ਕੰਪੈਰੀਜ਼ਨ, ਦੈਨ 3, ਦੈਨ 2,
ਐਂਡ ਦੈਨ ਲਾਸਟ ਦੇ ਵਿੱਚ ਇੱਕ ਸਿੰਗਲ ਕੰਪੈਰੀਜ਼ਨ ਹੋਏਗਾ, ਯਾਨੀ ਕਿ 12 ਐਂਡ 5 ਦਾ ਕੰਪੈਰੀਜ਼ਨ ਹੋਏਗਾ ਅਤੇ ਉਹ ਸਵੈਪ ਹੋ ਕੇ ਸਹੀ ਪੋਜੀਸ਼ਨ ਦੇ ਉੱਤੇ ਆ ਜਾਣਗੇ। ਸੋ ਕਿਸੇ ਵੀ ਪਾਰਟੀਕੂਲਰ ਪਾਸ ਦੇ ਉੱਤੇ ਆਪਾਂ ਨੂੰ ਅਗਰ ਦੇਖਣਾ ਹੋਵੇ ਕਿ ਕਿੰਨੇ ਕੰਪੈਰੀਜ਼ਨ ਕਰਨੇ ਹੈ, ਸਪੋਜ਼ ਤੁਸੀਂ 4th ਪਾਸ ਦੇ ਉੱਤੇ ਹੋ ਤਾਂ ਅਗਰ ਤੁਹਾਡੇ ਕੋਲ ਐਲੀਮੈਂਟ 6 ਨੇ ਤਾਂ 6 - 4 ਦੈਟ ਇਜ਼ 2। ਸੋ ਇਹਦੇ ਵਿੱਚ 2 ਕੰਪੈਰੀਜ਼ਨਸ ਹੋਣਗੇ। ਕਿਸੇ ਵੀ ਪਾਰਟੀਕੂਲਰ ਪਾਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕਿੰਨੇ ਕੰਪੈਰੀਜ਼ਨਸ ਹੋਣਗੇ। ਸੋ ਅਗਰ ਆਪਾਂ ਇਹਨਾਂ ਸਾਰਿਆਂ ਨੂੰ ਇਕੱਠਾ ਕਰੀਏ ਤਾਂ ਜੋ ਐਲਗੋਰਿਦਮ ਬਣੇਗਾ ਬਬਲ ਸੋਰਟ ਦਾ ਉਹ ਕੁਛ ਇਸ ਤਰ੍ਹਾਂ ਦਾ ਹੋਏਗਾ। ਸੋ ਦੇਖੋ ਸਟਾਰਟਿੰਗ ਦੇ ਵਿੱਚ ਕੀ ਹੈ, ਆਪਣੇ ਕੋਲ ਇੱਕ ਐਰੇ ਹੈ A ਗਿਵਨ ਹੋਏਗਾ ਜਿਹਦੇ ਵਿੱਚ n ਐਲੀਮੈਂਟਸ ਹੋਣਗੇ। ਸੋ n ਐਲੀਮੈਂਟਸ ਮੀਨਸ 1 to n। ਇੱਥੇ ਆਪਾਂ ਐਰੇ ਨੂੰ 0 ਤੋਂ ਨਹੀਂ ਸਟਾਰਟ ਕਰ ਰਹੇ ਕਿਉਂਕਿ ਜਸਟ ਇੱਕ ਜਨਰਲ ਟਰਮ ਹੈ ਇਹ। ਸੋ ਆਪਾਂ 1 ਤੋਂ ਲੈ ਕੇ n ਤੱਕ ਐਲੀਮੈਂਟਸ ਲੈ ਰਹੇ ਹਾਂ। ਅਗਰ ਆਪਣੇ ਕੋਲ 10 ਐਲੀਮੈਂਟਸ ਨੇ ਤਾਂ ਮੀਨਸ 1 ਤੋਂ ਲੈ ਕੇ 10 ਤੱਕ, n ਦੀ ਵੈਲਿਊ ਅਗਰ 10 ਹੈ। ਸੋ ਐਲਗੋਰਿਦਮ ਦੇ ਵਿੱਚ ਕੀ ਹੋਏਗਾ, ਸਭ ਤੋਂ ਪਹਿਲਾਂ ਆਪਾਂ ਇੱਕ ਲੂਪ ਲਗਾਇਆ ਹੈ। ਲੂਪ ਦੇ ਵਿੱਚ ਆਪਾਂ ਪਾਸ ਇੱਕ ਵੇਰੀਏਬਲ ਲਿਆ ਹੈ। ਸੋ ਪਾਸ ਆਪਾਂ ਕਿਹਦੇ ਲਈ ਯੂਜ਼ ਕਰ ਰਹੇ ਹਾਂ ਕਿ ਕਿੰਨੇ ਪਾਸ ਚਲਾਣੇ ਆਪਾਂ। So 1 to n minus 1. So repeat step 2 and 3 for pass 1 to n minus 1. So ਆਪਾਂ ਅਗਰ 6 ਐਲੀਮੈਂਟਸ ਨੇ ਤਾਂ 5 ਪਾਸ ਚੱਲਣਗੇ। ਹਰ ਇੱਕ ਪਾਸ ਦੇ ਵਿੱਚ ਹੁਣ ਆਪਾਂ ਫਿਰ ਅੱਗੇ ਕੰਪੈਰੀਜ਼ਨ ਕਰਨੇ ਆ। ਸੋ ਸੈਕਿੰਡ ਸਟੈਪ 'ਚ ਆਪਣੇ ਕੋਲ 4 ਦਾ ਲੂਪ ਚਲਾਵਾਂਗੇ i = 1 ਤੋਂ ਲੈ ਕੇ n ਮਾਈਨਸ ਪਾਸ ਤੱਕ। ਜਿਵੇਂ ਕਿ ਆਪਾਂ ਪਿਛਲੇ ਐਗਜ਼ਾਮਪਲ 'ਚ ਦੇਖਿਆ ਸੀ ਕਿ ਅਗਰ ਆਪਾਂ 4th ਪਾਸ ਦੇ ਉੱਤੇ ਹਾਂ ਤਾਂ ਕਿੰਨੇ ਕੰਪੈਰੀਜ਼ਨ ਹੋਣਗੇ ਆਪਣੇ ਕੋਲ 6 - 4 ਦੈਟ ਇਜ਼ 2। ਸੋ ਉਸੇ ਤਰੀਕੇ ਨਾਲ ਇੱਥੇ 4 ਦਾ ਲੂਪ ਚੱਲੇਗਾ i = 1 ਤੋਂ ਲੈ ਕੇ n ਮਾਈਨਸ ਪਾਸ ਤੱਕ। ਅਤੇ ਉਹਦੇ 'ਚ ਕੰਪੈਰੀਜ਼ਨ ਲਈ ਆਪਾਂ ਸਟੇਟਮੈਂਟ ਯੂਜ਼ ਕਰ ਰਹੇ ਹਾਂ ਇਫ ai ਇਜ਼ ਗ੍ਰੇਟਰ ਦੈਨ ai + 1। ਸੋ ਅਗਰ ਫਸਟ ਜਿਹੜਾ ਐਲੀਮੈਂਟ ਹੈ ਉਹ ਨੈਕਸਟ ਵਾਲੇ ਤੋਂ ਗ੍ਰੇਟਰ ਦੈਨ ਹੈ, ਦੈਨ ਆਪਾਂ ਦੋਨਾਂ ਨੂੰ ਸਵੈਪ ਕਰਾਂਗੇ। ਸੋ ਸਵੈਪ ai, ai + 1। ਸੋ ਦੋਨਾਂ ਨੂੰ ਸਵੈਪ ਕਰਤਾ ਹੈ ਅਤੇ ਸਵੈਪ ਲਈ ਤੁਸੀਂ ਅਲੱਗ ਤੋਂ ਫੰਕਸ਼ਨ ਕ੍ਰੀਏਟ ਕਰ ਸਕਦੇ ਹੋ ਜਿਹਦੇ ਵਿੱਚ ਆਪਾਂ ਸਟੇਟਮੈਂਟ ਯੂਜ਼ ਕਰਾਂਗੇ ਕਿ ਪਹਿਲਾਂ ਇੱਕ ਵੇਰੀਏਬਲ ਨੂੰ ਟੈਂਪਰੇਰੀ 'ਚ ਸਟੋਰ ਕਰਾ ਲਿਆ, ਦੈਨ ਇਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਵੈਲਿਊਜ਼ ਨੂੰ ਇੰਟਰਚੇਂਜ ਕਰਾਂਗੇ। ਉਸ ਤੋਂ ਬਾਅਦ ਨੈਕਸਟ ਹੈ ਕਿ ਅਗਰ ਆਪਣੇ ਕੋਲ ਕੋਈ ਐਰੇ ਹੈ ਉਹ ਆਲਰੇਡੀ ਅਗਰ ਸੋਰਟਡ ਹੋਵੇ, ਐਰੇ ਅਗਰ ਆਲਰੇਡੀ ਇੱਕ ਪਾਰਟੀਕੂਲਰ ਆਰਡਰ 'ਚ ਹੋਵੇ, ਫਿਰ ਆਪਾਂ ਸਾਰੇ ਪਾਸ ਦੁਬਾਰਾ ਤੋਂ ਫੋਲੋ ਕਰਾਂਗੇ ਜਾਂ ਨਹੀਂ ਕਰਾਂਗੇ। ਸੋ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਐਰੇ ਇੱਕ ਪਾਰਟੀਕੂਲਰ ਆਰਡਰ 'ਚ ਹੈ ਜਾਂ ਨਹੀਂ। ਸੋ ਉਹਦੇ ਲਈ ਆਪਾਂ ਇੱਕ ਫਲੈਗ ਵੇਰੀਏਬਲ ਯੂਜ਼ ਕਰ ਸਕਦੇ ਹਾਂ ਜਿਹੜਾ ਕਿ ਦੇਖੇਗਾ ਕਿ ਇੱਕ ਪਾਰਟੀਕੂਲਰ ਪਾਸ ਦੇ ਵਿੱਚ ਕੋਈ ਸਵੈਪਿੰਗ ਹੋਈ ਹੈ ਜਾਂ ਨਹੀਂ ਹੋਈ। ਸੋ ਉਹਦੇ ਲਈ ਐਲਗੋਰਿਦਮ ਇਹ ਹੋਏਗਾ। ਸੋ ਇਹਦੇ ਵਿੱਚ ਦੇਖੋ ਜਿਹੜਾ ਸੈਕਿੰਡ ਸਟੈਪ ਹੈ, ਪਹਿਲਾਂ ਆਪਾਂ ਫਲੈਗ ਨੂੰ ਟਰੂ ਕਰ ਲਿਆ। ਸੈਕਿੰਡ ਸਟੈਪ ਦੇ ਵਿੱਚ ਕੀ ਕਰ ਰਹੇ ਹਾਂ, ਆਪਾਂ ਲੂਪ ਨੂੰ ਸਿਰਫ ਉਦੋਂ ਹੀ ਚਲਾਵਾਂਗੇ ਜਦੋਂ ਫਲੈਗ ਦੀ ਵੈਲਿਊ ਟਰੂ ਹੋਏਗੀ। ਅਤੇ ਹਰ ਇੱਕ ਲੂਪ ਦੇ ਸਟਾਰਟਿੰਗ 'ਚ ਆਪਾਂ ਫਲੈਗ ਨੂੰ ਫੋਲਸ ਕਰ ਰਹੇ ਹਾਂ, ਯਾਨੀ ਕਿ ਸਟੈਪ 3 ਦੇ ਵਿੱਚ ਦੇਖੋ ਸੈਟ ਫਲੈਗ = ਫੋਲਸ। ਅਤੇ ਅਗਰ ਸਵੈਪਿੰਗ ਹੋ ਰਹੀ ਹੈ ਦੈਨ ਫਲੈਗ ਦੀ ਵੈਲਿਊ ਕੀ ਹੋ ਜਾਏਗੀ, ਟਰੂ। ਇਹਦਾ ਮਤਲਬ ਉਸ ਪਾਰਟੀਕੂਲਰ ਪਾਸ ਦੇ ਵਿੱਚ ਅਗਰ ਕੋਈ ਵੀ ਸਵੈਪਿੰਗ ਹੋ ਰਹੀ ਹੈ ਤਾਂ ਫਲੈਗ ਦੀ ਵੈਲਿਊ ਟਰੂ ਹੋਏਗੀ ਅਤੇ ਆਪਾਂ ਨੈਕਸਟ ਪਾਸ ਉਦੋਂ ਹੀ ਫੋਲੋ ਕਰਾਂਗੇ ਅਗਰ ਫਲੈਗ ਦੀ ਵੈਲਿਊ ਟਰੂ ਹੋਏਗੀ। ਸੋ ਦੇਖੋ ਸਟਾਰਟਿੰਗ 'ਚ ਆਪਣੇ ਕੋਲ ਇੱਥੇ 8 ਐਲੀਮੈਂਟਸ ਨੇ। ਸੋ 8 ਐਲੀਮੈਂਟਸ ਨੇ, n ਦੀ ਵੈਲਿਊ 8। ਸੋ ਪਾਸ ਫਸਟ ਪਾਸ ਦੇ ਵਿੱਚ ਆਪਾਂ ਚੱਲ ਰਹੇ ਹਾਂ ਅਤੇ ਫਲੈਗ ਦੀ ਵੈਲਿਊ ਸਟਾਰਟਿੰਗ 'ਚ ਹੈ ਟਰੂ। ਸੋ ਜਦੋਂ ਇੰਡੈਕਸ ਸਟਾਰਟ ਕੀਤਾ ਆਪਾਂ ਨੇ, ਨੈਕਸਟ ਲੂਪ ਦੇ ਵਿੱਚ ਸਟਾਰਟ ਗਏ ਆਪਾਂ, ਇੰਡੈਕਸ ਦੀ ਵੈਲਿਊ ਹੁਣ 1 ਹੈ ਤਾਂ ਫਲੈਗ ਦੀ ਵੈਲਿਊ ਸਟਾਰਟਿੰਗ 'ਚ ਕੀ ਕਰਤੀ ਸੀ ਆਪਾਂ, ਫਾਲਸ ਕਰਤੀ ਸੀ। ਸੋ ਫਸਟ ਅਤੇ ਸੈਕਿੰਡ ਐਲੀਮੈਂਟਸ ਨੂੰ ਕੰਪੇਅਰ ਕਰਾਂਗੇ 98 ਐਂਡ 23। ਸੋ 98 ਇਜ਼ ਗ੍ਰੇਟਰ ਦੈਨ 23। ਸੋ ਸਵੈਪਿੰਗ ਹੋ ਜਾਏਗੀ ਅਤੇ ਨਾਲ ਹੀ ਫਲੈਗ ਦੀ ਵੈਲਿਊ ਆਪਾਂ ਕੀ ਕਰ ਦਾਂਗੇ, ਟਰੂ ਕਰ ਦਾਂਗੇ। ਦੇਖੋ ਸਵੈਪ ਕਰ ਰਹੇ ਹਾਂ, ਸਵੈਪਿੰਗ ਹੋ ਗਈ ਅਤੇ ਫਲੈਗ ਦੀ ਵੈਲਿਊ ਕੀ ਹੋ ਗਈ, ਟਰੂ। ਨੈਕਸਟ ਇੰਡੈਕਸ ਦੀ ਵੈਲਿਊ 2 ਹੋ ਜਾਏਗੀ। 2 ਤੋਂ 2 ਨੂੰ 3 ਨਾਲ ਕੰਪੇਅਰ ਕਰਾਂਗੇ, ਅਗੇਨ ਸਵੈਪਿੰਗ ਹੋਏਗੀ ਕਿਉਂਕਿ 98 ਇਜ਼ ਗ੍ਰੇਟਰ ਦੈਨ 45। ਸੋ ਸਵੈਪਿੰਗ ਹੋ ਗਈ, ਫਲੈਗ ਦੀ ਵੈਲਿਊ ਆਲਰੇਡੀ ਟਰੂ ਹੈ। ਨੈਕਸਟ ਹੁਣ 3rd ਐਂਡ 4th ਐਲੀਮੈਂਟਸ ਕੰਪੇਅਰ ਹੋਣਗੇ, ਅਗੇਨ ਸਵੈਪਿੰਗ ਹੋਏਗੀ ਕਿਉਂਕਿ 98 ਇਜ਼ ਗ੍ਰੇਟਰ ਦੈਨ 14। ਸੋ ਸਵੈਪ ਹੋ ਗਈ। ਨੈਕਸਟ 4th ਐਂਡ 5th ਇੰਡੈਕਸ 'ਤੇ ਜੋ ਐਲੀਮੈਂਟਸ ਨੇ ਉਹਨਾਂ ਨੂੰ ਕੰਪੇਅਰ ਕਰਾਂਗੇ, ਅਗੇਨ ਸਵੈਪਿੰਗ ਹੋਏਗੀ ਕਿਉਂਕਿ 98 ਗ੍ਰੇਟਰ ਦੈਨ ਹੈ 6 ਤੋਂ। ਅਗੇਨ 5th ਐਂਡ 6th ਐਲੀਮੈਂਟਸ ਨੂੰ ਕੰਪੇਅਰ ਕਰਾਂਗੇ, ਇਹ ਵੀ ਸਵੈਪਿੰਗ ਹੋਏਗੀ। ਦੈਨ 6th ਐਂਡ 7th ਐਲੀਮੈਂਟ ਨੂੰ ਕੰਪੇਅਰ ਕੀਤਾ, ਅਗੇਨ ਸਵੈਪਿੰਗ ਹੋਏਗੀ। ਦੈਨ 7th ਐਂਡ 8th ਨੂੰ ਕੰਪੇਅਰ ਕੀਤਾ, ਅਗੇਨ ਸਵੈਪਿੰਗ ਹੋਏਗੀ ਕਿਉਂਕਿ 98 ਇਜ਼ ਗ੍ਰੇਟਰ ਦੈਨ 42। ਸੋ ਇਹਦੇ ਨਾਲ ਕੀ ਹੈ, ਹੁਣ 98 ਆਪਣੇ ਕੋਲ ਸਭ ਤੋਂ ਲਾਸਟ ਦੇ ਉੱਤੇ ਆ ਗਏ ਹੈ। ਸੋ ਨੈਕਸਟ ਪਾਸ 2 'ਤੇ ਚੱਲਾਂਗੇ। ਪਾਸ 2 ਵੇਲੇ ਫਲੈਗ ਦੀ ਵੈਲਿਊ ਟਰੂ ਸੀ, ਸੋ ਇਸ ਕਰਕੇ ਪਾਸ 2 ਚੱਲੇਗਾ।
ਸੋ ਜਦੋਂ ਫਲੈਗ ਦੀ ਵੈਲਿਊ ਟਰੂ ਹੋਏਗੀ ਤਾਂ ਆਪਾਂ ਨੈਕਸਟ ਪਾਸ ਤੇ ਜਾਵਾਂਗੇ। ਸੋ ਫਲੈਗ ਆਪਾਂ ਨੂੰ ਕੀ ਇੰਡੀਕੇਟ ਕਰ ਰਿਹਾ ਹੈ ਕਿ ਇਸ ਪਾਰਟਿਕੂਲਰ ਪਾਸ ਦੇ ਵਿੱਚ ਸਵੈਪਿੰਗ ਹੋਈ ਹੈ। ਸੋ ਅਗਰ ਇੱਕ ਪਾਰਟਿਕੂਲਰ ਕੋਈ ਵੀ ਪਾਸ ਆਪਣੇ ਕੋਲ ਇਹੋ ਜਿਹਾ ਹੁੰਦਾ ਹੈ ਜਿੱਥੇ ਕੋਈ ਵੀ ਸਵੈਪਿੰਗ ਨਹੀਂ ਹੁੰਦੀ ਤਾਂ ਆਪਾਂ ਉੱਥੇ ਹੀ ਐਲਗੋਰਿਦਮ ਨੂੰ ਸਟੋਪ ਕਰ ਦਾਂਗੇ। ਸੋ ਉਹਦੇ ਨਾਲ ਕੀ ਹੈ ਕਿ ਆਪਣੇ ਅਨਨੈਸੈਸਰੀ ਜੋ ਕੰਪੈਰੀਜ਼ਨ ਹੈ ਉਹ ਸੇਵ ਹੋ ਸਕਦੇ ਆ। ਸੋ ਪਾਸ 2 ਦੇ ਵਿੱਚ ਗਏ ਆਪਾਂ, ਅਗੇਨ ਸਟਾਰਟਿੰਗ ਦੇ ਵਿੱਚ ਫਲੈਗ ਦੀ ਵੈਲਿਊ ਫਾਲਸ ਹੈ, ਫਾਲਸ ਹੋ ਗਈ ਹੈ। ਅਤੇ ਫਸਟ ਅਤੇ ਸੈਕਿੰਡ ਐਲੀਮੈਂਟ ਨੂੰ ਕੰਪੇਅਰ ਕਰਾਂਗੇ, ਇੱਥੇ ਸਵੈਪਿੰਗ ਦੀ ਲੋੜ ਨਹੀਂ ਹੈ ਕਿਉਂਕਿ 23 ਇਜ਼ ਲੈਸ ਦੈਨ 45, ਸੋ ਨੋ ਸਵੈਪਿੰਗ। ਦੈਨ 45 ਅਤੇ 14 ਨੂੰ ਕੰਪੇਅਰ ਕੀਤਾ, ਇੱਥੇ ਹੁਣ ਸਵੈਪਿੰਗ ਹੋਏਗੀ ਅਤੇ ਨਾਲ ਹੀ ਫਲੈਗ ਦੀ ਵੈਲਿਊ ਕੀ ਹੋ ਜਾਏਗੀ, ਟਰੂ। ਦੈਨ ਥਰਡ ਅਤੇ ਫੋਰਥ ਐਲੀਮੈਂਟ ਨੂੰ ਕੰਪੇਅਰ ਕੀਤਾ, ਅਗੇਨ ਸਵੈਪਿੰਗ ਹੋਏਗੀ। ਦੈਨ ਫੋਰਥ ਐਂਡ ਫਿਫਥ ਨੂੰ ਕੰਪੇਅਰ ਕਰਾਂਗੇ, ਇੱਥੇ ਕੋਈ ਸਵੈਪਿੰਗ ਨਹੀਂ ਹੋਏਗੀ ਕਿਉਂਕਿ 45 ਹੈ ਜਿਹੜਾ 67 ਤੋਂ ਲੈਸ ਦੈਨ ਹੈ। ਦੈਨ 67 ਅਤੇ 33 ਨੂੰ ਕੰਪੇਅਰ ਕੀਤਾ, ਸਵੈਪਿੰਗ ਹੋਏਗੀ। ਦੈਨ 67 ਅਤੇ 42 ਨੂੰ ਕੰਪੇਅਰ ਕੀਤਾ, ਅਗੇਨ ਸਵੈਪਿੰਗ ਹੋਏਗੀ। ਸੋ ਨੈਕਸਟ ਹੁਣ ਆਪਾਂ ਥਰਡ ਪਾਸ 'ਤੇ ਚੱਲਾਂਗੇ, ਫਲੈਗ ਦੀ ਵੈਲਿਊ ਟਰੂ ਹੈ ਸੋ ਥਰਡ ਪਾਸ 'ਤੇ ਜਾਵਾਂਗੇ। ਥਰਡ ਪਾਸ 'ਤੇ ਆ ਗਏ, ਫਸਟ 2 ਐਲੀਮੈਂਟਸ ਕੰਪੇਅਰ ਕੀਤੇ, ਸਵੈਪਿੰਗ ਹੋਏਗੀ ਅਤੇ ਨਾਲ ਹੀ ਫਲੈਗ ਦੀ ਵੈਲਿਊ ਕੀ ਹੋ ਜਾਏਗੀ, ਟਰੂ। ਸੋ ਇਸ ਤਰੀਕੇ ਨਾਲ ਆਪਾਂ 1 ਬਾਈ 1 ਇਹਨੂੰ ਕੰਪੇਅਰ ਕਰਾਂਗੇ। ਸਵੈਪਿੰਗ ਹੋਏਗੀ, ਦੈਨ ਇੱਥੇ ਸਵੈਪਿੰਗ ਨਹੀਂ ਹੋਏਗੀ, ਅਗੇਨ ਸਵੈਪਿੰਗ ਹੋਏਗੀ ਕਿਉਂਕਿ 45 ਇਜ਼ ਗ੍ਰੇਟਰ ਦੈਨ 33, ਦੈਨ ਅਗੇਨ ਸਵੈਪਿੰਗ, ਡਨ। ਸੋ ਨੈਕਸਟ ਫੋਰਥ ਪਾਸ 'ਤੇ ਗਏ, ਸਟਾਰਟਿੰਗ ਦੇ ਵਿੱਚ ਫਲੈਗ ਦੀ ਵੈਲਿਊ ਫਾਲਸ ਹੈ, ਸੋ ਜਦੋਂ ਇਹਦੀ ਸਵੈਪਿੰਗ ਹੋਏਗੀ 14 ਐਂਡ 6 ਕਿਉਂਕਿ 14 ਗ੍ਰੇਟਰ ਦੈਨ 6 ਹੈ, ਤਾਂ ਸਵੈਪਿੰਗ ਹੋਏਗੀ ਅਤੇ ਫਲੈਗ ਦੀ ਵੈਲਿਊ ਕੀ ਹੋ ਜਾਏਗੀ, ਟਰੂ। ਸੋ ਨੈਕਸਟ ਇਸ ਤਰੀਕੇ ਨਾਲ ਆਪਾਂ ਨੈਕਸਟ ਹੁਣ ਅਗੇਨ ਫਲੈਗ ਦੀ ਵੈਲਿਊ ਟਰੂ ਹੈ ਤਾਂ ਆਪਾਂ ਨੈਕਸਟ ਪਾਸ 'ਤੇ ਜਾਵਾਂਗੇ। ਸੋ ਦੇਖੋ ਇੱਥੇ ਕੋਈ ਸਵੈਪਿੰਗ ਨਹੀਂ ਹੋ ਰਹੀ ਕਿਉਂਕਿ 6 ਇਜ਼ ਲੈਸ ਦੈਨ 14 ਹੈ। ਅਗੇਨ 14 ਇਜ਼ ਲੈਸ ਦੈਨ 23 ਹੈ, ਫਿਰ ਸਵੈਪਿੰਗ ਨਹੀਂ ਹੋ ਰਹੀ। 23 ਇਜ਼ ਲੈਸ ਦੈਨ 33 ਹੈ, ਅਗੇਨ ਕੋਈ ਸਵੈਪਿੰਗ ਨਹੀਂ ਹੋ ਰਹੀ। ਤਾਂ ਹੁਣ ਦੇਖੋ ਫਲੈਗ ਦੀ ਵੈਲਿਊ ਚੇਂਜ ਨਹੀਂ ਹੋਈ, ਸੋ ਫਲੈਗ ਦੀ ਵੈਲਿਊ ਕੀ ਹੈ, ਫਾਲਸ। ਸੋ ਹੁਣ ਆਪਾਂ ਨੈਕਸਟ ਪਾਸ 'ਤੇ ਨਹੀਂ ਜਾਵਾਂਗੇ ਕਿਉਂਕਿ ਫਲੈਗ ਦੀ ਵੈਲਿਊ ਹੈ ਜਿਹੜੀ ਫਾਲਸ ਹੈ। ਸੋ ਇਸ ਪਰਟੀਕੂਲਰ ਪਾਸ ਦੇ ਵਿੱਚ ਆਪਾਂ ਕੋਈ ਵੀ ਸਵੈਪਿੰਗ ਨਹੀਂ ਕੀਤੀ, ਸੋ ਇਸ ਕਰਕੇ ਆਪਾਂ ਨੈਕਸਟ ਪਾਸ ਦੇ ਉੱਤੇ ਨਹੀਂ ਜਾਵਾਂਗੇ। ਸੋ ਦੇਖੋ ਆਪਾਂ ਅਗੇਨ ਕੰਡੀਸ਼ਨ ਸੀ ਜਿਹੜੀ ਸੈਕਿੰਡ ਸਟੈਪ 'ਚ ਉਹ ਰਿਵਾਈਜ਼ ਕਰਦੇ ਹਾਂ। ਰਿਪੀਟ ਫੋਰ ਪਾਸ ਇਜ਼ ਇਕੁਅਲ ਟੂ 1 to n-1 ਐਂਡ ਫਲੈਗ ਇਜ਼ ਇਕੁਅਲ ਟੂ ਟਰੂ। ਸੋ ਇੱਥੇ ਪਾਸ ਦੀ ਵੈਲਿਊ ਤਾਂ ਠੀਕ ਹੈ, ਹਜੇ ਆਪਾਂ 6th ਪਾਸ 'ਤੇ ਹਾਂ, ਬਟ ਫਲੈਗ ਦੀ ਵੈਲਿਊ ਟਰੂ ਨਹੀਂ ਹੈ। ਸੋ ਇਸ ਕਰਕੇ ਐਂਡ ਦਾ ਮਤਲਬ ਇਹ ਹੁੰਦਾ ਹੈ ਕਿ ਦੋਨੋਂ ਕੰਡੀਸ਼ਨਸ ਟਰੂ ਹੋਣੀਆਂ ਚਾਹੀਦੀਆਂ ਨੇ, ਬਟ ਇੱਥੇ ਫਲੈਗ ਦੀ ਵੈਲਿਊ ਫਾਲਸ ਹੈ ਜੋ ਕਿ ਇੰਡੀਕੇਟ ਕਰ ਰਹੀ ਹੈ ਕਿ ਇਸ ਪਰਟੀਕੂਲਰ ਪਾਸ 'ਚ ਆਪਾਂ ਕੋਈ ਵੀ ਸਵੈਪਿੰਗ ਨਹੀਂ ਕੀਤੀ। ਸੋ ਆਪਾਂ ਇਸ ਐਲਗੋਰਿਜ਼ਮ ਨੂੰ 5th ਪਾਸ ਤੋਂ ਬਾਅਦ ਅੱਗੇ ਕੰਟੀਨਿਊ ਨਹੀਂ ਕਰਾਂਗੇ, ਅਦਰਵਾਈਜ਼ ਆਪਾਂ ਇਹਨੂੰ 7th ਪਾਸ ਤੱਕ ਲੈ ਕੇ ਜਾਣਾ ਸੀ, ਬਟ ਇੱਥੇ ਆਪਾਂ ਹੁਣ ਇਹਨੂੰ 5th ਪਾਸ ਤੋਂ ਬਾਅਦ ਟਰਮੀਨੇਟ ਕਰ ਦਾਂਗੇ ਬਿਕੋਜ਼ ਇੱਥੇ ਕੰਡੀਸ਼ਨ ਫਾਲਸ ਹੋ ਚੁੱਕੀ ਹੈ। ਸੋ ਵੀ ਕੈਨ ਸਕਿਪ ਦੀ ਲਾਸਟ 2 ਪਾਸਿਸ ਆਫ ਦੀ ਆਊਟਰ ਲੂਪ। ਸੋ ਜਿਹੜੇ ਲਾਸਟ 2 ਪਾਸ ਨੇ 6th ਐਂਡ 7th ਪਾਸ, ਆਪਾਂ ਉਹਨੂੰ ਕੰਟੀਨਿਊ ਨਹੀਂ ਕਰਾਂਗੇ। ਸੋ ਅਗੇਨ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਬਬਲ ਸੋਰਟ ਦੀ। ਇੱਥੇ ਆਪਣੇ ਕੋਲ ਐਲੀਮੈਂਟਸ ਨੇ, ਪਹਿਲਾਂ ਫਸਟ 2 ਐਲੀਮੈਂਟਸ ਨੂੰ ਕੰਪੇਅਰ ਕਰਾਂਗੇ, ਦੈਟ ਇਜ਼ 9 ਐਂਡ 6। ਸੋ 9 ਗ੍ਰੇਟਰ ਦੈਨ 6 ਹੈ ਤਾਂ ਇਸ ਕਰਕੇ ਸਵੈਪਿੰਗ ਹੋਏਗੀ। ਸੋ 9 ਇਜ਼ ਗ੍ਰੇਟਰ ਦੈਨ 6, ਸੋ ਇਹਦੀ ਸਵੈਪਿੰਗ ਹੋਏਗੀ। ਨੈਕਸਟ 9 ਇਜ਼ ਗ੍ਰੇਟਰ ਦੈਨ 2, ਅਗੇਨ ਸਵੈਪਿੰਗ ਹੋਏਗੀ। ਦੈਨ 9 ਇਜ਼ ਨੋਟ ਗ੍ਰੇਟਰ ਦੈਨ 12, ਸੋ ਇੱਥੇ ਸਵੈਪਿੰਗ ਨਹੀਂ ਹੋਏਗੀ। ਨੈਕਸਟ 12 ਫਿਰ ਗ੍ਰੇਟਰ ਦੈਨ ਹੈ 11 ਤੋਂ, ਸਵੈਪਿੰਗ ਹੋਏਗੀ। ਨੈਕਸਟ ਅਗੇਨ 12 9 ਤੋਂ ਵੀ ਗ੍ਰੇਟਰ ਦੈਨ ਹੈ, ਸੋ ਸਵੈਪਿੰਗ ਹੋ ਜਾਏਗੀ। ਨੈਕਸਟ 12 ਗ੍ਰੇਟਰ ਦੈਨ 3, ਅਗੇਨ ਸਵੈਪਿੰਗ। ਦੈਨ 12 ਇਜ਼ ਗ੍ਰੇਟਰ ਦੈਨ 7, ਅਗੇਨ ਸਵੈਪਿੰਗ। ਸੋ ਉਹਨੇ ਫਸਟ ਪਾਸ ਕੰਪਲੀਟ ਹੋ ਚੁੱਕਿਆ ਹੈ। ਨੈਕਸਟ ਪਾਸ 'ਤੇ ਚੱਲਦੇ ਹਾਂ। ਸੋ ਨੈਕਸਟ ਪਾਸ ਦੇ ਵਿੱਚੋਂ ਦੇਖੋ ਆਪਣੇ ਕੋਲ 12 ਆਲਰੇਡੀ ਆਪਣੀ ਸਹੀ ਪੋਜੀਸ਼ਨ 'ਤੇ ਆ ਗਏ। ਸੋ ਨੈਕਸਟ ਪਾਸ ਅਗੇਨ 6 ਅਤੇ 2 ਨੂੰ ਕੰਪੇਅਰ ਕਰਾਂਗੇ। 6 ਅਤੇ 2 ਸਵੈਪ ਹੋ ਗਏ। ਅਗੇਨ 6 ਐਂਡ 9 ਹੁਣੇ ਸਹੀ ਪੋਜੀਸ਼ਨ 'ਚ ਨੇ, ਇਸ ਕਰਕੇ ਸਵੈਪਿੰਗ ਦੀ ਲੋੜ ਨਹੀਂ ਹੈ। 9 ਐਂਡ 11 ਵੀ ਠੀਕ ਹੈ। ਨੈਕਸਟ 11 ਇਜ਼ ਗ੍ਰੇਟਰ ਦੈਨ 9, ਸੋ ਸਵੈਪਿੰਗ ਹੋ ਗਈ। 11 ਇਜ਼ ਗ੍ਰੇਟਰ ਦੈਨ 3, ਅਗੇਨ ਸਵੈਪਿੰਗ ਹੋ ਗਈ। 11 ਇਜ਼ ਗ੍ਰੇਟਰ ਦੈਨ 7, ਅਗੇਨ ਸਵੈਪਿੰਗ। ਸੋ ਨੈਕਸਟ ਹੁਣ ਇੱਥੇ ਆਪਣੇ ਕੋਲ 11 ਵੀ ਸਹੀ ਪੋਜੀਸ਼ਨ 'ਤੇ ਆ ਚੁੱਕੇ ਆਪਣੇ ਕੋਲ। ਥਰਡ ਪਾਸ ਕੰਟੀਨਿਊ ਕਰਾਂਗੇ। ਥਰਡ ਪਾਸ ਦੇ ਵਿੱਚ 2 ਅਤੇ 6 ਨੂੰ ਕੰਪੇਅਰ ਕਰਾਂਗੇ ਪਹਿਲਾਂ। then 6 and 9, then 9 and 9, then 9 is greater than 3, so swapping ਹੋ ਗਈ ਇੱਥੇ। again 9 is greater than 7, again swapping ਹੋ ਗਈ। ਸੋ ਥਰਡ ਪਾਸ ਦੇ ਵਿੱਚ ਆਪਣੇ ਕੋਲ 3 ਐਲੀਮੈਂਟਸ ਸੋਰਟ ਹੋ ਚੁੱਕੇ ਹੈ।
फोर्थ पास 2 इज़ नॉट ग्रेटर दैन 6, सो इस करके कोई स्वैपिंग नहीं होएगी। दैन 6 एंड 9 फिर कोई स्वैपिंग नहीं होएगी। 9 इज़ ग्रेटर दैन 3 स्वैपिंग होएगी इत्थे। 9 इज़ ग्रेटर दैन 7 अगेन स्वैपिंग होएगी। तो इस आप यही देखना है कि 1 बाय 1 आप एलीमेंट्स ਨੂੰ कंपेयर करी जाना है। अगर फस्ट एलीमेंट सैकेंड तो ग्रेटर दैन है तो आप उन्होंने इंटरचेंज करांगे। सो फिफ्थ पास 2 ਤੇ 6 ਨੂੰ ਕੰਪੇਅਰ ਕੀਤਾ, ਠੀਕ ਹੈ ਇਹ। ਦੈਨ 6 ਤੇ 3 ਨੂੰ ਕੰਪੇਅਰ ਕੀਤਾ ਤਾਂ ਸਵੈਪਿੰਗ ਹੋ ਜਾਏਗੀ। ਅਗੇਨ ਇੱਥੇ ਸਵੈਪਿੰਗ ਦੀ ਲੋੜ ਨਹੀਂ ਹੈ। ਹੁਣ ਇੱਥੇ ਆਪਣੇ ਕੋਲ ਇੱਕ ਸਵੈਪ ਹੋਇਆ ਸੀ, ਬਟ ਸਟਿਲ ਇਹ ਜਿਹੜੇ ਐਲੀਮੈਂਟਸ ਨੇ ਹੁਣ ਸੋਰਟ ਹੋ ਚੁੱਕੇ ਆ, ਬਟ ਹਜੇ ਆਪਾਂ ਨੂੰ ਨਹੀਂ ਪਤਾ ਲੱਗੇਗਾ ਕਿ ਇਹ ਸੋਰਟ ਨੇ, ਯਾਨੀ ਕਿ ਕੰਪਾਈਲਰ ਨੂੰ ਨਹੀਂ ਪਤਾ, ਕਿਉਂਕਿ ਇੱਥੇ ਇੱਕ ਸਵੈਪ ਹੋ ਚੁੱਕਿਆ ਸੀ 3 ਐਂਡ 6 ਦਾ। ਸੋ ਨੈਕਸਟ ਪਾਸ ਚੱਲਾਂਗੇ। ਨੈਕਸਟ ਪਾਸ ਦੇ ਵਿੱਚ 2 ਤੇ 3 ਨੂੰ ਕੰਪੇਅਰ ਕਰਾਂਗੇ ਪਹਿਲਾਂ, ਦੈਨ 3 ਤੇ 6 ਨੂੰ ਕੰਪੇਅਰ ਕਰਾਂਗੇ। ਸੋ ਇੱਥੇ ਕੋਈ ਸਵੈਪਿੰਗ ਨਹੀਂ ਹੋ ਰਹੀ ਹੈ, ਸੋ ਇਸ ਕਰਕੇ ਆਪਾਂ ਹੁਣ ਇੱਥੇ ਇਹਨੂੰ ਟਰਮੀਨੇਟ ਕਰ ਸਕਦੇ। ਸੋ ਨੈਕਸਟ ਜਿਹੜਾ 7th ਪਾਸ ਹੈ, ਸੋ ਆਪਾਂ ਨੂੰ ਉਹ ਐਗਜ਼ੀਕਿਊਟ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਬਬਲਿੰਗ ਅਪ ਯਾਨੀ ਕਿ ਬਬਲ ਸੋਰਟ ਦੇ ਵਿੱਚ ਕੀ ਕਰਦੇ ਆ, ਦਿਸ ਐਲਗੋਰਿਦਮ ਵਿਲ ਮੂਵ ਲਾਰਜੈਸਟ ਵੈਲਿਊ ਟੂ ਇਟਸ ਕਰੈਕਟ ਲੋਕੇਸ਼ਨ। ਸੋ ਇਹਦੇ ਵਿੱਚ ਕੀ ਹੈ, 1 ਬਾਈ 1 ਜਿਹੜਾ ਲਾਰਜੈਸਟ ਐਲੀਮੈਂਟ ਹੈ ਉਹ ਆਪਣੀ पोजीशन ਤੇ ਜਾਂਦਾ ਰਹੇਗਾ। ਦੈਨ ਰਿਪੀਟ ਬਬਲ ਅਪ ਅੰਟਿਲ all ਐਲੀਮੈਂਟਸ ਆਰ ਕਰੈਕਟਲੀ ਪਲੇਸਡ। ਸੋ ਮੈਕਸਿਮਮ ਆਫ n-1 ਟਾਈਮਸ। ਅਗਰ ਆਪਣੇ ਕੋਲ 8 ਐਲੀਮੈਂਟਸ ਨੇ ਤਾਂ ਮੈਕਸਿਮਮ 7 ਟਾਈਮਸ ਆਪਾਂ ਇਸ ਪ੍ਰੋਸੈਸ ਨੂੰ ਫੋਲੋ ਕਰਾਂਗੇ। ਅਗਰ 10 ਐਲੀਮੈਂਟਸ ਨੇ ਤਾਂ 9 ਪਾਸਿਸ ਹੋਣਗੇ। ਸੋ ਵੀ ਕੈਨ ਫਿਨਿਸ਼ ਅਰਲੀ ਇਫ ਨੋ ਸਵੈਪਿੰਗ ਅਕਰਸ। ਆਪਾਂ ਪਹਿਲਾਂ ਵੀ ਇਹਨੂੰ ਟਰਮੀਨੇਟ ਕਰ ਸਕਦੇ ਹਾਂ ਅਗਰ ਕਿਸੇ ਪਾਰਟੀਕੂਲਰ ਪਾਸ 'ਚ ਕੋਈ ਵੀ ਸਵੈਪਿੰਗ ਨਹੀਂ ਹੋ ਰਹੀ। ਸੋ ਆਪਾਂ ਨੂੰ ਅਨਨੈਸੈਸਰੀ ਜਿਹੜੇ ਪਾਸ ਨੇ ਉਹ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈ। ਥੈਂਕ ਯੂ। ਆਈ ਹੋਪ ਬਬਲ ਸੋਰਟ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਸ ਤੋਂ ਬਾਅਦ ਨੈਕਸਟ ਲੈਕਚਰ 'ਚ ਆਪਾਂ ਇਸ ਤੋਂ ਨੈਕਸਟ ਟੈਕਨੀਕਸ ਕਵਰ ਕਰਾਂਗੇ, ਜੋ ਸਿਲੈਕਸ਼ਨ ਸੋਰਟ, ਇੰਸਰਸ਼ਨ ਸੋਰਟ ਐਕਸੈਟਰਾ। ਥੈਂਕ ਯੂ।